Hello students, welcome back to my YouTube channel. So let's start next topic of unit 3rd which is applications of Biot-Savart law. So ਬੱਚੇ ਅਸੀਂ ਲਾਸਟ ਵੀਡੀਓ ਦੇ ਵਿੱਚ ਔਰਿਸਟਿਡ ਬਾਰੇ ਪੜ੍ਹ ਚੁੱਕੇ ਹਾਂ, Biot-Savart law ਬਾਰੇ ਪੜ੍ਹ ਚੁੱਕੇ ਹਾਂ। ਸੋ ਇਸ ਵੀਡੀਓ ਦੇ ਵਿੱਚ ਬੱਚੇ ਅਸੀਂ ਮੈਗਨੈਟਿਕ ਫੀਲਡ ਐਟ ਦ ਸੈਂਟਰ ਆਫ ਸਰਕੂਲਰ ਲੂਪ ਪੜਾਂਗੇ। ਠੀਕ ਹੈ, Biot-Savart law ਦੀ ਐਪਲੀਕੇਸ਼ਨ ਪੜ੍ਹਨ ਤੋਂ ਪਹਿਲਾਂ ਅਸੀਂ ਹਲਕਾ ਫੁਲਕਾ ਪੜ੍ਹ ਲੈਂਦੇ ਹਾਂ ਕਿ Biot-Savart law ਕੌਣ ਸੀ, ਕਿੱਦਾਂ ਸੀ। ਸੋ ਦਿਸ ਪੇਜ ਇਜ਼ ਜਸਟ ਫॉर ਨੌਲੇਜ, ਤੁਹਾਡੀ ਨੌਲੇਜ ਦੇ ਲਈ ਹੈ। ਸੋ ਆਪਾਂ ਕੋਸ਼ਿਸ਼ ਕਰਦੇ ਹਾਂ ਇਹਨੂੰ ਸਮਝਣ ਦੇ ਲਈ। ਸੋ ਉਹਨਾਂ ਨੇ ਸਭ ਤੋਂ ਪਹਿਲਾਂ Biot-Savart law ਦਾ ਸਾਨੂੰ ਬੇਸਿਕ ਉਹਨਾਂ ਨੇ ਸ਼ੁਰੂ ਕਿੱਥੇ ਕੀਤਾ। ਅਸੀਂ ਲਾਸਟ ਵੀਡੀਓ ਦੇ ਵਿੱਚ ਪੜ੍ਹਿਆ ਸੀਗਾ ਕਿ ਔਰਿਸਟਿਡ ਨਾਮ ਦੇ ਸਾਇੰਟਿਸਟ ਸੀ ਜਿਨ੍ਹਾਂ ਨੇ ਇਹ ਦੇਖਿਆ ਕਿ ਇੱਕ ਵਾਇਰ ਦੇ ਵਿੱਚੋਂ ਜਦੋਂ ਅਸੀਂ ਕਰੰਟ ਪਾਸ ਕੀਤਾ ਤਾਂ ਕੋਲ ਪਈ ਹੋਈ ਜਿਹੜੀ ਮੈਗਨੈਟਿਕ ਨੀਡਲ ਸੀ ਉਹ ਡਿਫਲੈਕਟ ਕਰਨੀ ਸਟਾਰਟ ਹੋ ਗਈ। ਠੀਕ ਹੈ, ਇਹ ਚੀਜ਼ ਅਸੀਂ ਲਾਸਟ ਵੀਡੀਓ ਦੇ ਵਿੱਚ ਪੜ੍ਹ ਚੁੱਕੇ ਹਾਂ ਕਿ ਇੱਕ ਵਾਇਰ ਲਿੱਤੀ, ਕਿਹੜੀ ਵਾਇਰ ਸੀ? ਕਰੰਟ ਕੈਰਿੰਗ ਵਾਇਰ। ਵਾਈ ਇਟ ਇਜ਼ ਕਾਲਡ ਕਰੰਟ ਕੈਰਿੰਗ ਵਾਇਰ? ਇੱਕ ਇੱਦਾਂ ਦੀ ਤਾਰ ਜਿਹੜੀ ਕਰੰਟ ਨੂੰ ਕੈਰੀ ਕਰ ਰਹੀ ਆ। ਜਿੱਦਾਂ ਹੀ ਉਹ ਕਰੰਟ ਨੂੰ ਕੈਰੀ ਕਰੇਗੀ ਤਾਂ ਡੈਫੀਨੇਟਲੀ ਉਹਦੇ ਆਲੇ ਦੁਆਲੇ ਇੱਕ ਮੈਗਨੈਟਿਕ ਫੀਲਡ ਪ੍ਰੋਡਿਊਸ ਹੋ ਜਾਏਗੀ। ਠੀਕ ਹੈ, ਸੋ ਇਸ ਮੈਗਨੈਟਿਕ ਫੀਲਡ ਕਰਕੇ ਜਿਹੜੀ ਆ ਤੁਹਾਡੀ ਮੈਗਨੈਟਿਕ ਨੀਡਲ ਆ ਉਹ ਡਿਫਲੈਕਟ ਕਰ ਰਹੀ ਆ। ਇੱਥੇ ਤੱਕ ਤਾਂ ਔਰਿਸਟਿਡ ਨੇ ਸਟੱਡੀ ਕੀਤੀ, ਔਰਿਸਟਿਡ ਨੇ ਸਾਨੂੰ ਇਹ ਚੀਜ਼ ਸਮਝਾ ਦਿੱਤੀ। ਨੈਕਸਟ ਦੇਖੋ, ਜੀਨ ਬੈਪਟਿਸਟ ਬਾਇਟ ਐਂਡ Felix Savart begin releasing magnetic force and a current. So ਦੋ ਸਾਇੰਟਿਸਟ ਸੀ ਬੱਚੇ, ਬਾਇਟ ਐਂਡ ਫਿਲਿਕਸ ਸਰਵਿਟ। ਦੋਨਾਂ ਸਾਇੰਟਿਸਟ ਨੇ ਕੀ ਕੀਤਾ, ਜੋ ਔਰਿਸਟਿਡ ਨੇ ਇੱਕ ਐਕਸਪੈਰੀਮੈਂਟ ਕੀਤਾ ਸੀ ਉਹਨੂੰ ਹੀ ਲੈ ਕੇ ਫਰਦਰ ਅਲੱਗ-ਅਲੱਗ ਚੀਜ਼ਾਂ ਦੇ ਨਾਲ ਉਹਨਾਂ ਨੇ ਮੈਗਨੈਟਿਕ ਫੀਲਡ ਦੇ ਨਾਲ ਐਕਸਪੈਰੀਮੈਂਟਸ ਕਰ ਕਰਕੇ ਦੇਖੇ ਕਿ ਮੈਗਨੈਟਿਕ ਫੀਲਡ ਕਿੱਦਾਂ ਪ੍ਰੋਡਿਊਸ ਹੁੰਦੀ ਆ, ਕਿੰਨੀ ਕੁ ਪ੍ਰੋਡਿਊਸ ਹੁੰਦੀ ਆ। ਉਹਨਾਂ ਨੇ ਕਦੇ ਵਾਇਰ ਲੈ ਲਈ, ਕਦੇ ਇੱਕ ਸਰਕੂਲਰ ਲੂਪ ਲੈ ਲਈ, ਠੀਕ ਹੈ, ਕਦੇ ਰਿੰਗ ਲੈ ਲਈ, ਕਦੇ ਉਸ ਕੋਇਲ ਨੂੰ ਕਿੰਨੇ ਬੜੇ ਟਰਨਸ ਦੇ ਦਿੱਤੇ। ਸੋ ਉਹਨਾਂ ਨੇ ਅਲੱਗ-ਅਲੱਗ ਤਰੀਕੇ ਦੇ ਨਾਲ ਐਕਸਪੈਰੀਮੈਂਟਸ ਕਰ ਕਰਕੇ ਦੇਖੇ। ਸੋ ਜਦੋਂ ਦੋਨਾਂ ਦੇ ਕੁਝ ਐਕਸਪੈਰੀਮੈਂਟਸ ਪਰਫਾਰਮ ਕੀਤੇ ਗਏ, देयर ऑब्जर्वेशंस आर collectively referred to as a Biot-Savart law। ਸੋ ਦੋਨਾਂ ਦੇ ਜੋ ਐਕਸਪੈਰੀਮੈਂਟਸ ਦਾ ਨਾਮ ਦਿੱਤਾ ਗਿਆ ਉਹਨਾਂ ਨੂੰ Biot-Savart ਕਿਹਾ ਗਿਆ। ਵਾਈ Biot-Savart? ਫਸਟ ਸਾਇੰਟਿਸਟ ਕੌਣ ਸੀ ਬੱਚੇ? ਜੀਨ। ਉਹਨਾਂ ਦੇ ਨਾਮ ਦੇ ਪਿੱਛੇ ਕੀ ਲੱਗਦਾ ਸੀ? ਬਾਇਟ। ਠੀਕ ਹੈ, ਸੋ ਉਹਨਾਂ ਦੇ ਨਾਮ ਦੇ ਪਿੱਛੇ ਕੀ ਲੱਗਦਾ ਸੀ? ਬਾਇਟ। ਸੈਕੰਡ ਸਾਇੰਟਿਸਟ ਕੌਣ ਸੀ? ਫਿਲਿਕਸ ਸਰਵਿਟ। ਉਹਨਾਂ ਦੇ ਨਾਮ ਦੇ ਪਿੱਛੇ ਕੀ ਲੱਗਦਾ ਸੀ? ਸਰਵਿਟ। ਸੋ ਦੋਨਾਂ ਦੇ ਹੀ ਨਾਮ ਤੋਂ ਇੱਕ ਇੱਕ ਵਰਡ ਚੱਕ ਲਿਆ ਗਿਆ, ਬਾਇਟ ਸਰਵਿਟ। ਸੋ ਸਾਡਾ ਇੱਕ ਨਵਾਂ ਕਹਿ ਲਓ ਕਿ ਲਾਅ ਬਣ ਗਿਆ, Biot-Savart law। ਸੋ ਉਹਨਾਂ ਨੇ ਮੈਗਨੈਟਿਕ ਫੀਲਡ ਔਰ ਅਲੱਗ-ਅਲੱਗ ਕਰੰਟ ਕੈਰਿੰਗ ਦੇ ਨਾਲ ਅਲੱਗ-ਅਲੱਗ ਕੀ ਕੀਤੇ? ਐਕਸਪੈਰੀਮੈਂਟਸ ਕੀਤੇ। ਸੋ ਅਸੀਂ ਫਰਦਰ ਇੱਕ ਇੱਕ ਕਰਕੇ ਬੱਚੇ ਇਹਨਾਂ ਦੇ ਐਕਸਪੈਰੀਮੈਂਟਸ ਬਾਰੇ ਪੜਾਂਗੇ। ਸੋ ਸਾਡਾ ਫਸਟ ਐਕਸਪੈਰੀਮੈਂਟ ਆ ਜਾਂ ਸਾਡਾ ਫਸਟ ਆਰਟੀਕਲ ਕਹਿ ਸਕਦੇ ਹਾਂ। ਸੋ ਲੈਟਸ ਸਟਾਰਟ ਵਿਦ ਐਪਲੀਕੇਸ਼ਨਸ ਆਫ Biot-Savart law। ਸੋ Biot-Savart ਨੇ ਅਲੱਗ-ਅਲੱਗ ਐਪਲੀਕੇਸ਼ਨਸ, ਅਲੱਗ-ਅਲੱਗ ਐਕਸਪੈਰੀਮੈਂਟਸ ਕੀਤੇ। ਸੋ ਅਸੀਂ ਫਸਟ ਐਪਲੀਕੇਸ਼ਨ ਕਰਨ ਜਾ ਰਹੇ ਹਾਂ। ਸੋ ਨੰਬਰ 1 ਇਜ਼ ਮੈਗਨੈਟਿਕ ਫੀਲਡ ਐਟ ਦ ਸੈਂਟਰ ਆਫ ਸਰਕੂਲਰ ਲੂਪ। ਸੋ ਬੱਚੇ ਤੁਹਾਨੂੰ ਵਰਡ ਤੋਂ ਹੀ ਕਲੀਅਰ ਹੋ ਰਿਹਾ ਕਿ ਅਸੀਂ ਮੈਗਨੈਟਿਕ ਫੀਲਡ ਪਤਾ ਕਰਨਾ ਆ ਕਿਸੇ ਸੈਂਟਰ ਦੇ ਉੱਪਰ। ਕਿਹਦਾ ਸੈਂਟਰ ਆ? ਸਰਕੂਲਰ ਲੂਪ ਦਾ। ਕਲੀਅਰ ਹੋ ਗਿਆ। ਸੋ ਇਹਦਾ ਮਤਲਬ ਸਭ ਤੋਂ ਪਹਿਲਾਂ ਸਾਨੂੰ ਕੁਝ ਨਾ ਕੁਝ ਕੰਸੀਡਰ ਕਰਨਾ ਪਏਗਾ, ਕੋਈ ਲੂਪ ਕੰਸੀਡਰ ਕਰਨੀ ਪਏਗੀ। ਸੋ ਸਭ ਤੋਂ ਪਹਿਲਾਂ ਅਸੀਂ ਕੀ ਲਿਖਾਂਗੇ? ਕੰਸੀਡਰ ਅ ਸਰਕੂਲਰ ਕੈਰਿੰਗ ਕਰੰਟ ਕੈਰਿੰਗ ਕੋਇਲ। ਸਭ ਤੋਂ ਪਹਿਲਾਂ ਇੱਕ ਸਰਕੂਲਰ ਮਤਲਬ ਇੱਕ ਸਰਕਲ ਦੇ ਵਿੱਚ ਅਸੀਂ ਕੋਇਲ ਲੈ ਰਹੇ ਹਾਂ। ਕਰੰਟ ਕੈਰਿੰਗ ਕੋਇਲ ਮਤਲਬ ਉਹਨੇ ਕੋਈ ਨਾ ਕੋਈ ਕਰੰਟ ਕੈਰੀ ਕੀਤਾ ਹੋਇਆ। ਲੈਟ ਅਸ ਸਪੋਜ਼ ਇਹਦੇ ਵਿੱਚੋਂ ਜਿਹੜਾ ਕਰੰਟ ਆ ਉਹ ਕਿੰਨਾ ਪਾਸ ਹੋ ਰਿਹਾ? ਆਈ ਕਰੰਟ। ਸੋ ਆਈ ਕਰੰਟ ਪਾਸ ਹੋ ਰਿਹਾ। ਹੈਵਿੰਗ ਰੇਡੀਅਸ ਆਰ। ਸੋ ਇਹਦਾ ਜੋ ਰੇਡੀਅਸ ਆ ਦੈਟ ਇਜ਼ ਆਰ। ਸੈਂਟਰ ਪੁਆਇੰਟ O and center is O. When the current is passing through the circular coil, magnetic field is produced. ਜਿੱਦਾਂ ਹੀ ਕਰੰਟ ਆਈ ਇਹਦੇ ਵਿੱਚੋਂ ਪਾਸ ਹੋਏਗਾ, ਇਹਦੇ ਆਲੇ ਦੁਆਲੇ ਕੀ ਪ੍ਰੋਡਿਊਸ ਹੋ ਜਾਏਗੀ? ਮੈਗਨੈਟਿਕ ਫੀਲਡ। ਇਹ ਤਾਂ ਬੱਚੇ ਔਰਿਸਟਿਡ ਨੇ ਹੀ ਦੱਸ ਦਿੱਤਾ ਸੀ ਕਿ ਅਗਰ ਇੱਕ ਵਾਇਰ ਆ ਉਹਦੇ ਵਿੱਚੋਂ ਕਰੰਟ ਪਾਸ ਹੋ ਰਿਹਾ, ਇਟ ਮੀਨਸ ਉਹਦੇ ਆਲੇ ਦੁਆਲੇ ਕੋਈ ਨਾ ਕੋਈ ਮੈਗਨੈਟਿਕ ਫੀਲਡ ਪ੍ਰੋਡਿਊਸ ਹੋ ਰਹੀ ਆ, ਜਿਹਦੀ ਵਜ੍ਹਾ ਨਾਲ ਤੁਹਾਡੀ ਮੈਗਨੈਟਿਕ ਨੀਡਲ ਦੇ ਵਿੱਚ ਡਿਫਲੈਕਸ਼ਨ ਸ਼ੋ ਹੋ ਰਹੀ ਸੀ। ਠੀਕ ਹੈ, ਸੋ ਆਹ ਚੀਜ਼ ਤਾਂ ਸਾਨੂੰ ਬਾਇਟ ਨੇ ਹੀ ਦੱਸ ਦਿੱਤੀ ਸੀ ਕਿ ਕਿਸੇ ਵੀ ਕੋਇਲ ਦੇ ਵਿੱਚੋਂ, ਕਿਸੇ ਵੀ ਕਰੰਟ ਕੈਰਿੰਗ ਕੋਇਲ ਦੇ ਵਿੱਚੋਂ ਜਦੋਂ ਕਰੰਟ ਪਾਸ ਹੋਏਗਾ ਤਾਂ ਉਹਦੇ ਆਲੇ ਦੁਆਲੇ ਮੈਗਨੈਟਿਕ ਫੀਲਡ ਪ੍ਰੋਡਿਊਸ ਹੋਏਗੀ। ਟੂ ਫਾਈਂਡ ਦ ਮੈਗਨੈਟਿਕ ਫੀਲਡ ਐਟ ਦ ਸੈਂਟਰ ਆਫ ਦ ਸਰਕੂਲਰ ਕੋਇਲ। ਹੁਣ ਇਸ ਕੋਇਲ ਦੇ ਵਿੱਚ ਅਸੀਂ ਸੈਂਟਰ 'ਚ ਇਹ ਪਤਾ ਕਰਨਾ ਕਿ ਕਿੰਨੀ ਮੈਗਨੈਟਿਕ ਫੀਲਡ ਆ। ਸੋ ਇਹ ਅਸੀਂ ਕਿੱਥੋਂ ਪਤਾ ਕਰਾਂਗੇ? ਸਭ ਤੋਂ ਪਹਿਲਾਂ ਕੀ ਆ ਬੱਚੇ, ਜਿੱਦਾਂ ਅਸੀਂ Biot-Savart ਦੀ ਮੇਨ ਆਰਟੀਕਲ ਕੀਤਾ ਸੀ ਉੱਥੇ ਅਸੀਂ ਛੋਟਾ ਜਿਹਾ ਐਲੀਮੈਂਟ ਕੰਸੀਡਰ ਕੀਤਾ ਸੀ DL। ਸਿਮਿਲਰਲੀ ਅਸੀਂ ਇਸ ਕੇਸ ਦੇ ਵਿੱਚ ਕਰਾਂਗੇ, ਇੱਕ ਪ੍ਰੋਪਰ ਡਾਇਗਰਾਮ ਪਹਿਲਾਂ ਡਰਾ ਕਰ ਲਓ। ਪ੍ਰੋਪਰ ਡਾਇਗਰਾਮ ਮੀਨਸ ਪ੍ਰੋਪਰ ਸਰਕਲ ਹੋਣਾ ਚਾਹੀਦਾ ਤੁਹਾਡਾ। ਠੀਕ ਹੈ, ਕੰਸੀਡਰ ਅ ਲੈਂਥ ਆਫ ਐਲੀਮੈਂਟ DL। ਅਸੀਂ ਛੋਟਾ ਜਿਹਾ ਐਲੀਮੈਂਟ ਕੰਸੀਡਰ ਕਰ ਰਹੇ ਹਾਂ DL। ਧਿਆਨ ਨਾਲ ਦੇਖ ਲਓ,
इन्ना क पोर्शन कंसिडर कर रहे हैं DL, ठीक है। एट पॉइंट P ਜਿਹੜਾ कि पॉइंट P ਤੇ ਆ, ਇੱਥੇ ਛੋਟਾ ਜਿਹਾ पॉइंट आ बच्चे, आ वाला निक्का जिहा पॉइंट आ, दैट पॉइंट P अकॉर्डिंग टू द बाइट-सर्विट लॉ। ਹੁਣ जल्दी जल्दी अपनी वीडियो पॉज करो। बाइट-सर्विट लॉ ਅਸੀਂ ऑलरेडी पिछली वीडियो ਦੇ ਵਿੱਚ पढ़ चुके हैं। नाउ व्हाट इज द वैल्यू ऑफ B मैग्नेटिक फील्ड ਦਾ ਬੱਚੇ ਫਾਰਮੂਲਾ ਕੀ ਸੀ, म्यू नॉट ओवर 4 पाई I dl sin थीटा डिवाइडेड बाय r स्क्वायर, ठीक है। आ चीज़ ਅਸੀਂ ऑलरेडी पढ़ चुके हैं बाइट-सर्विट लॉ ਦੀ। सो ਇਹ ਕੀ ਸੀ ਬੱਚੇ, ਜਦੋਂ ਵੀ sin थीटा ਆਉਂਦਾ ਇਟ ਮੀਨਸ ਅਸੀਂ dl ਦੀ ਉੱਪਰ, dl मतलब small ਏਰੀਆ ਦੇ ਉੱਤੇ ਮੈਗਨੈਟਿਕ ਫੀਲਡ ਲਿਖਿਆ, ਬਿਕੋਜ਼ ਇਹ small ਏਰੀਆ ਆ, dl ਆ ਨਿੱਕਾ ਜਿਹਾ ਆ, ਸੋ ਇਹਦੇ ਉੱਤੇ ਮੈਗਨੈਟਿਕ ਫੀਲਡ ਵੀ ਛੋਟੀ ਜੀ ਹੋਏਗੀ। ਇਸ ਕਰਕੇ ਆਪਾਂ ਇੱਥੇ ਕੀ ਲਿਖਦੇ ਹਾਂ, db। small b ਦਾ ਮਤਲਬ ਮੈਗਨੈਟਿਕ ਫੀਲਡ, db ਦਾ ਮਤਲਬ small ਮੈਗਨੈਟਿਕ ਫੀਲਡ। ਧਿਆਨ ਨਾਲ ਸਮਝ ਲਓ, b ਦਾ ਮਤਲਬ ਕੀ ਆ, ਮੈਗਨੈਟਿਕ ਫੀਲਡ, ठीक है। जो स्मॉल d आ गया, स्मॉल का मतलब होंगे डेरीवेटिव, किहदा डेरीवेटिव, मैगनैटिक फील्ड का, यदा मतलब स्मॉल मैगनैटिक फील्ड। आ चीज़ क्लीयर होगी बच्चे। सो छोटी जी समझण वाली चीज़ सी। सो असी लिख दिता db इज इक्वल टू म्यू नॉट ओवर 4 पाई आइडियल साइन थीटा डिवाइडेड बाय r स्क्वायर। नाउ इन केस थीटा इक्वल टू 90 डिग्री, हुण ध्यान नाल बच्चे अपनी डायग्राम चैक करो तुसी। डायग्राम दे विच की आ, छोटा जिहा एरिया आ, इस छोटे जे एरिए दे उपर तुहाडा एंगल कितना बन रहा, 90 डिग्री। सो आ वाला थीटा एंगल कितना बन रहा, 90 डिग्री। इट मीनस साइन 90, साइन थीटा की जगह ते असीं की पुट करांगे, साइन 90। सो साइन 90 इक्वल्स टू 1। सो टोटल मैगनैटिक फील्ड एट द सेंटर ऑफ द सर्कुलर लूप, सो टोटल कितना हो जाएगा, db इज इक्वल्स टू म्यू नॉट डिवाइडेड बाय 4 पाई I dl डिवाइडेड बाय r स्क्वायर। साइन थीटा कित्थे गया, साइन थीटा की वैल्यू पुट की साइन 90, साइन 90 की वैल्यू आ गई साडी 1। बच्चे अगर तुसी आ वाली लाइन लिख रहे हैं दैन नो नीड टू एक्सप्लेन मैथमैटिकली। अगर तुसी आ वाली लाइन नहीं लिख रहे दैन थानू प्रॉपर मैंशन करना पएगा साइन 90, नैक्सट स्टैप दे विच पुट करूँगे 1। सो थानू उस तरीके ना प्रॉपर मैंशन करना पएगा। अगर आप लाइन लिख दी तो सफिशिएंट आ, असी डायरैक्ट आंसर लिख सकते हैं, म्यू नॉट ओवर 4 पाई आइडियल डिवाइडेड बाय r स्क्वायर। इट मीनस कि सानू आ छोटे जे एरिए के उपर मैगनैटिक फील्ड पता लग गई, बट साडा सो छोटे जे एरिए ना काम नहीं बनना, सानू पूरी लूप के उपर करंट पता, पूरी लूप के उपर मैगनैटिक फील्ड पता करनी है, पूरी के उपर। सो स्मॉल सी db, सो इसका मतलब असी इंटीग्रेशन करांगे ताकि असी b टोटल मैगनैटिक फील्ड पता कर सकीए। सो नैक्सट असी की करन लगे हैं, टू फाइंड टोटल मैगनैटिक फील्ड टेक इंटीग्रेशन ऑन बोथ साइड। ਇਹਦਾ मतलब असी इंटीग्रेट करन लगे हैं किस चीज़ ਨੂੰ, मैगनैटिक फील्ड ਨੂੰ। सो b किद्दां पता करांगे, अगर असी db ਦਾ इंटीग्रेशन कर लिए। बच्चे हुण इत्थे समझण वाली चीज़ आ साइन क्यों लिता गया, आ क्यों नहीं लिया, ठीक है। दिस इज क्लोज्ड इंटैग्रल। क्लोज्ड इंटैग्रल कदों होएगा, जदों तुहाडी कोई लूप क्लोज दे विच आ, ठीक है। सर्कुलर लूप आ, इट मीनस दिस इज अ क्लोज्ड लूप। लाइन इंटैग्रल, दिस इज कॉल्ड लाइन इंटैग्रल या लीनियर इंटैग्रल। नाउ वट इज द मीनिंग ऑफ लीनियर इंटैग्रल, जो तुसी किसी वायर की इंटैग्रल करनी, जिदा वायर के उपर स्मॉल dl ले लूँगे, इत्थे तुसी इंटीग्रेशन लिखन लगे तो दैन लीनियर इंटैग्रल होएगा, सिंपल लाइन। अगर बच्चे किसी क्लोज्ड लूप की गल की जाती है तो उत्थे असी अपलाई करते हैं क्लोज्ड इंटैग्रल। बच्चे हुण तुहानूं क्लोज्ड इंटैग्रल और लीनियर इंटैग्रल का फर्क पता लग गया, दोनों के विचकार डिफरेंस हुंदा आ। सो ध्यान रखना है अपना आर्टिकल सॉल्व करते समय, समटाइम ये मार्क्स भी कट्टे जा सकते हैं। नाउ पुट द वैल्यू ऑफ db, असी हुणे हुणे सॉल्व करके हटे हैं, म्यू नॉट ओवर 4 पाई I dl डिवाइडेड बाय r स्क्वायर। नाउ ये जो टर्म कॉन्सटेंट आ, म्यू नॉट ओवर 4 पाई इज अ कॉन्सटेंट टर्म, असी पहला भी पढ़ चुके हैं कि कॉन्सटेंट आ। सो म्यू नॉट ओवर 4 पाई टेक आउटसाइड। हुण ध्यान नाल देखो वट इज आई की सी, आ तुहाडी डायग्राम सी, ਇਹਦੇ ਵਿੱਚੋਂ आई करंट जिन्ना इत्थों निकल रहा, मान लो आप 5 एम्पेयर पास किया, इत्थों भी 5 एम्पेयर गया, इधरों जांदा जांदा जो इधरों बाहर निकलेगा दिस इज ऑल्सो 5 एम्पेयर। ਇਹਦਾ मतलब करंट की वैल्यू चेंज नहीं हो रही। सो आई इज ऑल्सो कॉन्सटेंट टर्म, सो यू कैन टेक आउटसाइड, ਇਹਦਾ मतलब इनू भी आप बाहर निकाल सकते हैं। नैक्सट इज आर, वट इज रेडियस। मान लो तुसी रेडियस लिता 10 सेंटीमीटर का,
ਹੁਣ ਮੈਂ ਕਹਾਂ इधरों रेडियस देखो भी 10 सेंटीमीटर का, इधरों देखो बच्चे रेडियस का मतलब ही यही है कि पूरी रिंग का जो रेडियस आ, हुण तुहाडा कड़ा आ, तुहाडी चूड़ी आ, ਉਹਦਾ ਜਿਹੜਾ रेडियस आ वो फिक्स है। ਇਹ ਤਾਂ नहीं आ कि एक पासियों वड्डी है तो एक पासियों छोटी है। It means R is also constant. It means this whole term is a constant term. So take outside. So constant term ਨੂੰ ਅਸੀਂ ਬਾਹਰ ਨਿਕਾਲ ਦਿੱਤਾ। mu naught over 4 pi I divided by R square। बच्चे इंटीग्रेशन के अंदर की रह गया dl, ठीक है जी। सो आ टर्म रह गई। हुण ध्यान ना देखो वट इज क्लोज इंटैग्रल dl। dl मतलब है पूरी dl दा क्लोज्ड इंटैग्रल। इंटैग्रल लैन लगिया तो dl दी वैल्यू कितनी होएगी? dl दी वैल्यू होएगी 2 पाई r। 2 पाई r क्यों आ? दिस इज द सर्कमफ्रेंस ऑफ द सर्कल। दिस इज द सर्कमफ्रेंस ऑफ द सर्कल। सो इस तरीके नाल लिखा होया, इहदा मतलब आपां इहदी वैल्यू पुट करन लगे हां। b is equals to mu naught divided by 4 pi I divided by r square। Now what is closed integral dl? 2 pi r। Is that clear? So इहदी वैल्यू पुट कर दित्ती 2 pi r। हुण देखो बच्चे जो टर्म कट हो रही है कट दो, एक r दे नाल एक r कैंसल आउट। जो r दे नाल r कैंसल होगी तुहाडे कोल बच की गया mu naught over 4 pi I divided by r इंटू 2 पाई। हुण 2 पाई नूं भी उपर आई दे नाल ही लिख दो, साडे को आ जाएगा 2 पाई आई। सो दिस इज द फाइनल आंसर, ठीक है जी, थोड़ा फाइनल आंसर आ। हुण कई बारी कुछ बच्चे पुछदे आ मैम 2 पाई भी कट्टिया जा रहा, इनू भी कट दो। नो प्रॉब्लम, कट दो। लो जी कट दिता। सो साडे को फाइनली की बच गया b इज इक्वल्स टू म्यू नॉट ओवर 4 पाई, 4 नहीं 2, ठीक है, 4 पाई कट्टिया गया। सो इसका मतलब इत्थे की रह गया 2। सो इत्थे आ गया 2, ऊपर आ गया I डिवाइडेड बाय R। सो इस तरीके का फॉर्मूला बन गया। सो नो प्रॉब्लम बच्चे, अगर तुसीं इत्थे तक सॉल्व करके आने आ तां भी पूरे मार्क्स मिलणगे, इत्थे तक करके आने तां भी पूरे मार्क्स मिलणगे। हुण फायदा की आ कि असी फस्ट पार्ट जिहड़ा आंसर सॉल्व किया है, असी लास्ट वीडियो दे विच बच्चे देखिया सी कि म्यू नॉट ओवर 4 पाई दी एक पर्टिकुलर वैल्यू हुंदी आ विच इज 10 raised to the power 7। ਇਹਦਾ मतलब असी न्यूमैरिकल्स ਦੇ ਵਿੱਚ अगर मान लो न्यूमैरिकल आंदा आ तो असी की किया म्यू नॉट ओवर 4 पाई ਦੀ वैल्यू डायरैक्ट पुट कर दी 10 raised to the power -7, ठीक है जी। अगर तुसी आ वाली वैल्यू सॉल्व कर दे तो थानू म्यू नॉट की वैल्यू पुट करनी पएगी 4 पाई इंटू 10 raised to the power -7। अगेन 4 पाई नू सॉल्व करना पएगा। इस तो बेस्ट तो यही आ कि असी शॉर्ट फॉर्म ਦੇ ਵਿੱਚ ਇਹਨੂੰ जिन्ना लिख सकते हैं उन्ना लिखिए। सो असी मैथेमैटिकली जो न्यूमैरिकल आंदा तो फस्ट वाला पोर्शन असी डायरैक्ट फॉर्मूला यूज कर सकते हैं। क्लीयर हो गया? सो उत्थे असी आ वाला फॉर्मूला यूज कर लेना इंस्टेड ऑफ दिस फॉर्मूला। क्लीयर हो गया? अदरवाइज आर्टिकल आएगा तो नो प्रॉब्लम, अगर रेड वाला आंसर निकाल के आना रेड वाला करे आओ, अगर ब्लैक वाला करके आना तो ब्लैक वाला करे आओ, ठीक है। सो नेक्स्ट आ गया इन केस ऑफ नंबर ऑफ टर्न्स। मान लो जी आ वाली कोयल आ, मान लो जिदा तुसी एक कड़ा रखा होया, हुण तुसी किन्ने बड़े कड़े रख दिते, चूड़ियां तां देखियां होणगियां तुसी। मान लो तुसी एक हत्थ विच एक चूड़ी पाई आ, हुण 12 पा लो, 12 मतलब बन गई एक लूप। इसे तरह ना जिदा सर्कुलर लूप आ उस तार नूं असीं किन्ने बड़े लपेटे मार दिते। सो असीं की करन लगे आ, इन केस ऑफ लूप हैज n टर्न्स। मान लो तुहाडे कोल नंबर ऑफ टर्न्स n आ तां असीं की कीता मैगनैटिक फील्ड ने नंबर ऑफ टर्न्स ना मल्टीप्लाई हो जाना n दे नाल। ਇਹਦਾ मतलब साडा आंसर कितना आया सी 2 पाई i। ਅਸੀਂ ਵਿੱਚ n ਪਾਉਣ ਲੱਗੇ ਆ 2 पाई n i। ਤੁਹਾਡੀ ਮਰਜ਼ੀ ਆ ਬੱਚੇ n ਨੂੰ ਜਿੱਥੇ ਮਰਜ਼ੀ ਐਡਜਸਟ ਕਰ ਦਿਓ, ਚਾਹੇ n ਪਹਿਲਾਂ ਲਿਖ ਦਿਓ, n 2 पाई i डिवाइडेड बाय r भी लिख सकते हैं ਤਾਂ नो प्रॉब्लम। सो आ गई अगर ਤੁਹਾਡੀ नंबर ऑफ टर्न्स n आ। हुण दूसरी चीज़ बच्चे कुछ बच्चे पूछते हैं मैम इन केस वाला असी ये पोर्शन 3 मार्क्स के क्वेश्चन दे विच लिख के आना या कि नहीं लिख के आना। बच्चे 3 मार्क्स का क्वेश्चन आंदा है वाला, इट मीनस कि तुसी फुल फ्लैश्ड आर्टिकल लिख के आओ ताकि जिहड़ा एक्सटर्नल दे उपर इंप्रैशन अच्छा पवे। डायग्राम बिल्कुल नीट एंड क्लीन पेंसिल दे नाल ड्रॉ करके आओ। अपना स्केल और सर्कल बनाने दे लई प्रॉपर कह लो कंपास या फिर अपने कड़े वगैरह दी यूज़ करो ताकि डायग्राम बिल्कुल नीट एंड क्लीन होवे। क्लीयर हो गया? सो बच्चे अज दा इस लैक्चर दे विच असीं फस्ट एप्लीकेशन की बाइट-सर्विट लॉ दी। बाइट-सर्विट नाम कित्थों बनिया उन्हां दे बारे डिस्कस किया। अगर बच्चे तुहानूं किसी भी आर्टिकल किसी मैथमैटिकल पोर्शन च कुछ भी प्रॉब्लम आई होवे तां तुसीं पुछ सकदे आ। अगर तुहानूं मेरी वीडियो अच्छी लगी, लैक्चर अच्छे तरीके नाल समझ लग रहा तो बच्चे लैक्चर लाइक जरूर करो,
ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ ਤੁਹਾਨੂੰ ਲੈਕਚਰ ਕਿਸ ਤਰੀਕੇ ਦੇ ਲੱਗ ਰਿਹਾ, ਕਿਉਂਕਿ ਜਦੋਂ ਤੁਸੀਂ ਕਮੈਂਟ ਕਰਦੇ ਆ ਤਾਂ ਡੈਫੀਨੇਟਲੀ ਬੱਚੇ ਟੀਚਰ ਨੂੰ ਮੋਟੀਵੇਸ਼ਨ ਮਿਲਦੀ ਆ, ਟੀਚਰ ਨੂੰ ਅੱਛਾ ਲੱਗਦਾ ਹੈ ਕਿ ਕੋਈ ਕਮੈਂਟ ਕਰਕੇ ਲਿਖ ਰਿਹਾ ਕਿ ਉਹ ਲੈਕਚਰ ਅੱਛਾ ਹੈ ਕਿ ਨਹੀਂ ਅੱਛਾ। ਸੋ ਅਗਰ ਤੁਹਾਨੂੰ ਲੈਕਚਰ ਅੱਛੇ ਲੱਗ ਰਿਹਾ ਤਾਂ ਜ਼ਰੂਰ ਕੁਛ ਨਾ ਕੁਛ ਲਿਖੋ, ਅਗਰ ਨਹੀਂ ਲਿਖਣਾ ਚਾਹੁੰਦੇ ਐਟਲੀਸਟ ਲਾਈਕ ਕਰੋ। ਥੈਂਕ ਯੂ ਸੋ ਮਚ।